हेलो स्टूडेंट्स, फिफ्थ ਸਮੈਸਟਰ हिस्ट्री ਦੀ क्लास ਵਿੱਚ ਤੁਹਾਡਾ ਵੈਲਕਮ ਹੈ। ਸਾਡਾ ਕੁਐਸਚਨ ਚੱਲ ਰਿਹਾ ਸੀ 1799 ਈਸਵੀ ਦੀ ਫਰਾਂਸੀਸੀ ਕ੍ਰਾਂਤੀ ਦੇ परिणामां ਦੀ ਚਰਚਾ ਕਰੋ। ਪਿਛਲੀ ਕਲਾਸਾਂ ਵਿੱਚ ਅਸੀਂ ਇਸ ਕ੍ਰਾਂਤੀ ਦੇ ਫਰਾਂਸ ਤੇ ਪੈਣ ਵਾਲੇ ਪ੍ਰਭਾਵਾਂ ਅਤੇ ਇੰਗਲੈਂਡ ਤੇ ਪੈਣ ਵਾਲੇ ਪ੍ਰਭਾਵਾਂ ਦੀ ਚਰਚਾ ਕਰ ਚੁੱਕੇ ਹਾਂ। ਅੱਜ ਦੀ ਕਲਾਸ ਵਿੱਚ ਅਸੀਂ ਫਰਾਂਸੀਸੀ ਕ੍ਰਾਂਤੀ ਦੇ ਯੂਰਪ ਦੇ ਹੋਰ ਦੇਸ਼ਾਂ ਤੇ ਪੈਣ ਵਾਲੇ ਪ੍ਰਭਾਵਾਂ ਦੀ ਚਰਚਾ ਕਰਾਂਗੇ। शुरू करते हैं यूरोप के दूजे देशों ते फ्रांसीसी क्रांति का प्रभाव। फ्रांसीसी क्रांति दे फ्रांस अते इंग्लैंड तो अलावा यूरोप के होर देशों ते भी प्रभाव पे। इन्हां प्रभावां नूं असी 4-5 छोटे पॉइंटां दे विच समझ सकते हैं। पहला पॉइंट है राजनीतिक अधिकारां दे प्रति जागृति। फ्रांसीसी क्रांति दे आधारभूत सिद्धांतां जिवें स्वतंत्रता, समानता अते भाईचारा ने यूरोप के सारे देशों नूं झकझोर के रख दिता। अनेक देशों की जनता ने राजतंत्र के विरुद्ध विद्रोह का झंडा खड़ा कर दिता। फ्रांस अजिहे देशों का अग्रदूत यानी अगवाई करने वाला बन गया। फ्रांस का एक कहना सी कि वो उन्हां लोगों का साथ देगा जो इन्हां आधारभूत सिद्धांतां जिवें स्वतंत्रता, समानता अते भाईचारे का पक्ष लैणगे। इन्हां घोषणावां दे कारण यूरोप के अनेक शासकों का सिंघासन डोलन लग पिया, यानी उन्होंने अपने सिंघासन की समाप्ति का डर सतान लग पिया। अगला पॉइंट है क्रांतिकारी युद्धां की शुरुआत। फ्रांस विच क्रांति की गूंज नाल यूरोपियन शासकों नूं ये डर पैदा हो गया कि जेकर क्रांति नूं फ्रांस की सीमावां विच ही समाप्त नहीं किया गया तो उन्हां दी जनता, उन्हां दी देश की जनता भी उन्हां दे विरुद्ध खड़ी हो जाएगी। फ्रांस के प्रवासी पादरियां अते कुलीना ने भी विदेशी शासकों नूं भड़काया। ये पादरी अते कुलीन फ्रांस छड़ के यूरोप के दूजे देशों में चले गए सन। सिटे वजों यूरोपियन शासकों ने क्रांति के सिद्धांतां के प्रचार अते प्रसार का दमन करन दा फैसला लिया। यूरोपियन देशों ने फ्रांस के विरुद्ध एक संघ बना लिया। इस संघ के मुख्य मैंबर या सदस्य इंग्लैंड, प्रशिया, आस्ट्रिया अते रूस सन। जल्दी ही इन्हां सारिਆਂ ने सांझे रूप नाल फ्रांस ते हमला कर दिता। ये हमला संघर्ष की एक ऐजी लड़ी विच बदल गया जो 1815 ईस्वी विच नेपोलियन बोनापार्ट के पतन के नाल ही समाप्त हुई। इस तरह इस क्रांति ने क्रांतिकारी युद्धां की शुरुआत कर दी। अगला पॉइंट है प्रतिक्रियावाद के युग का प्रारंभ। क्रांति विच होए भयंकर खून खराबे के कारण यूरोप विच प्रतिक्रियावाद के युग की शुरुआत हुई।
ਸਾਰੇ ਨਿਰੰਕੁਸ਼ ਰਾਜਾ ਕਿਸੇ ਨਾ ਕਿਸੇ ਤਰ੍ਹਾਂ ਕ੍ਰਾਂਤੀ ਦੇ ਵਿਚਾਰਾਂ ਨੂੰ ਸਮਾਪਤ ਕਰਨਾ ਚਾਹੁੰਦੇ ਸਨ ਅਤੇ ਉਹਨਾਂ ਨੇ ਤਤਕਾਲੀਨ ਯੁੱਗ ਦੇ ਸਭ ਤੋਂ ਵੱਡੇ ਪ੍ਰਤੀਕਿਰਿਆਵਾਦੀ ਵਿਅਕਤੀ ਮੈਟਰਨਿਕ, ਜੋ ਕਿ ਆਸਟਰੀਆ ਦਾ ਚਾਂਸਲਰ ਸੀ, ਨੂੰ ਆਪਣਾ ਨੇਤਾ ਮੰਨ ਲਿਆ ਅਤੇ ਕ੍ਰਾਂਤੀਕਾਰੀ ਵਿਚਾਰਾਂ ਨੂੰ ਕੁਚਲਣਾ ਸ਼ੁਰੂ ਕਰ ਦਿੱਤਾ। 1815 ਤੋਂ 1848 ਈਸਵੀ ਤੱਕ ਯੂਰਪ ਦੇ ਜਿਸ ਭਾਗ ਵਿੱਚ ਵੀ ਕ੍ਰਾਂਤੀ ਦੇ ਸਮਰਥਕਾਂ ਨੇ ਸਿਰ ਚੁੱਕਿਆ, ਮੈਟਰਨਿਕ ਨੇ ਉਹਨਾਂ ਦਾ ਦਮਨ ਕਰਨ ਦਾ ਹਰ ਸੰਭਵ ਪ੍ਰਯਾਸ ਕੀਤਾ। ਉਸਦੇ ਪ੍ਰਯਾਸਾਂ ਨਾਲ ਸਮਾਚਾਰ ਪੱਤਰਾਂ ਦੀ ਸੁਤੰਤਰਤਾ ਸਮਾਪਤ ਕਰ ਦਿੱਤੀ ਗਈ। ਵਿਸ਼ਵ ਵਿਦਿਆਲਿਆ ਵਿੱਚ ਪੜ੍ਹਾਏ ਜਾਣ ਵਾਲੇ ਵਿਸ਼ਿਆਂ ਵਿੱਚੋਂ ਕ੍ਰਾਂਤੀ ਦੀ ਸਾਰੀਆਂ ਗੱਲਾਂ ਕੱਢ ਦਿੱਤੀ ਗਈਆਂ ਅਤੇ ਅਧਿਆਪਕਾਂ 'ਤੇ ਵੀ ਰੋਕ ਲਾ ਦਿੱਤੀ ਗਈ ਅਤੇ ਇਸ ਯੁੱਗ ਦੇ ਵਿੱਚ ਕ੍ਰਾਂਤੀ ਦੀ ਭਾਵਨਾਵਾਂ ਨੂੰ ਬੁਰੀ ਤਰ੍ਹਾਂ ਕੁਚਲਣ ਵਿੱਚ ਕੋਈ ਵੀ ਕਮੀ ਨਹੀਂ ਰਹਿਣ ਦਿੱਤੀ ਗਈ। ਯੂਰਪ ਵਿੱਚ 1813 ਈਸਵੀ ਤੋਂ ਲੈ ਕੇ 1848 ਈਸਵੀ ਤੱਕ ਦਾ ਯੁੱਗ ਪ੍ਰਤੀਕਿਰਿਆਵਾਦ ਦਾ ਯੁੱਗ ਜਾਂ ਮੈਟਰਨਿਕ ਯੁੱਗ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਅਗਲਾ ਪੁਆਇੰਟ ਹੈ ਕਾਂਗਰਸਾਂ ਦਾ ਯੁੱਗ। ਲੰਬੇ ਸਮੇਂ ਤੱਕ ਚਲੇ ਯੁੱਧਾਂ ਨੇ ਯੂਰਪ ਦੇ ਰਾਜਨੀਤਿਕਾਂ ਨੂੰ ਆਪਣੇ ਝਗੜਿਆਂ ਦੇ ਨਿਪਟਾਉਣ ਦੇ ਲਈ ਇੱਕ ਨਵੀਂ ਰਾਹ ਦਿਖਾਈ। ਉਹ ਰਾਹ ਸੀ ਆਪਸੀ ਵਿਚਾਰ ਵਿਮਰਸ਼ ਦੁਆਰਾ ਝਗੜਿਆਂ ਨੂੰ ਬਹਿ ਕੇ ਨਿਪਟਾਇਆ ਜਾਏ। ਇਸ ਸਿਧਾਂਤ 'ਤੇ ਚੱਲਦੇ ਹੋਏ ਵੀਏਨਾ ਸੰਮੇਲਨ ਜਾਂ ਕਾਂਗਰਸ ਦੇ ਬਾਅਦ ਯੂਰਪੀਅਨ ਸ਼ਕਤੀਆਂ ਕਈ ਵਾਰ ਆਪਸੀ ਝਗੜੇ ਨਿਪਟਾਉਣ ਦੇ ਲਈ ਇਕੱਠੀ ਹੋਈਆਂ। 1818 ਈਸਵੀ ਵਿੱਚ ਐਕਸ ਲਾ ਸ਼ੈਪਲ, 1820 ਈਸਵੀ ਵਿੱਚ ਟਰਾਂਪੋ, 1821 ਈਸਵੀ ਵਿੱਚ ਲੈਬੌਕ ਅਤੇ 1822 ਈਸਵੀ ਵਿੱਚ ਬਿਰੋਨਾ ਵਿੱਚ ਕਾਂਗਰਸ ਜਾਂ ਸੰਮੇਲਨ ਹੋਏ। ਇਹਨਾਂ ਸੰਮੇਲਨਾਂ ਵਿੱਚ ਵੱਖ-ਵੱਖ ਰਾਜਾਂ ਦੇ ਪ੍ਰਤੀਨਿਧੀਆਂ ਨੇ ਵਿਚਾਰ ਵਿਮਰਸ਼ ਕੀਤਾ। ਭਾਵੇਂ ਇਹਨਾਂ ਸੰਮੇਲਨਾਂ ਵਿੱਚ ਯੂਰਪੀਅਨ ਸ਼ਕਤੀਆਂ ਨੂੰ ਵਿਸ਼ੇਸ਼ ਸਫਲਤਾ ਪ੍ਰਾਪਤ ਨਹੀਂ ਹੋਈ, ਪਰੰਤੂ ਫਿਰ ਵੀ ਇਹ ਬਹੁਤ ਹੀ ਵੱਡੀ ਉਪਲਬਧੀ ਸੀ। ਤਤਕਾਲੀਨ ਯੁੱਗ ਵਿੱਚ ਆਪਸੀ ਵਿਚਾਰ ਵਿਮਰਸ਼ ਦੁਆਰਾ ਝਗੜੇ ਸੁਲਝਾਉਣਾ ਕੋਈ ਘੱਟ ਮਹੱਤਵਪੂਰਨ ਗੱਲ ਨਹੀਂ ਸੀ ਅਤੇ ਇਸ ਦੀ ਸ਼ੁਰੂਆਤ ਕ੍ਰਾਂਤੀ ਦੇ ਕਾਰਨ ਹੀ ਹੋਈ ਸੀ। ਇਸ ਲਈ ਕ੍ਰਾਂਤੀ ਦਾ ਇਸ ਖੇਤਰ ਵਿੱਚ ਵੀ ਬੜਾ ਮਹੱਤਵਪੂਰਨ ਪਰਿਣਾਮ ਨਿਕਲਿਆ। ਅਗਲਾ ਪੁਆਇੰਟ ਹੈ ਯੂਰਪ ਦੇ ਸਾਹਿਤ 'ਤੇ ਪ੍ਰਭਾਵ। ਫਰਾਂਸੀਸੀ ਕ੍ਰਾਂਤੀ ਦਾ ਪ੍ਰਭਾਵ ਤਤਕਾਲੀਨ ਯੂਰਪੀਅਨ ਸਾਹਿਤ 'ਤੇ ਵੀ ਸਾਨੂੰ ਦਿਖਾਈ ਦਿੰਦਾ ਹੈ। ਫਰਾਂਸ ਦੀ ਕ੍ਰਾਂਤੀ ਦੇ ਸਿਧਾਂਤਾਂ ਨੇ ਯੂਰਪੀਅਨ ਸਾਹਿਤਕਾਰਾਂ ਨੂੰ ਬੜੇ ਡੂੰਘੇ ਰੂਪ ਨਾਲ ਪ੍ਰਭਾਵਿਤ ਕੀਤਾ ਸੀ। ਇਹਨਾਂ ਸਿਧਾਂਤਾਂ ਦੀ ਸਪਸ਼ਟ ਛਾਪ ਉਹਨਾਂ ਦੀ ਲੇਖਣੀ 'ਤੇ ਪਈ ਸੀ। ਸਿੱਟੇ ਵਜੋਂ ਉਹਨਾਂ ਦੇ ਦੁਆਰਾ ਰਚਿਤ ਸਾਹਿਤ ਇਹਨਾਂ ਸਿਧਾਂਤਾਂ ਤੋਂ ਪ੍ਰਭਾਵਿਤ ਹੁੰਦੇ ਸਨ। ਵਿਕਟਰ ਹਿਊਗੋ ਦੀ ਲਾ ਮਿਜ਼ਰੇਬਲ, ਗੋਇਟੇ ਦੀ ਫਾਸਟ, ਸਾਊਦੇ ਦੀ ਡੌਨ ਆਫ ਆਰਕ ਅਤੇ ਸ਼ੈਲੇ ਦੀ ਮਿਸਟੇਕ ਆਫ ਅਨਾਰਕੀ ਆਦਿ ਰਚਨਾਵਾਂ ਕ੍ਰਾਂਤੀ ਦੀ ਭਾਵਨਾ ਤੋਂ ਪ੍ਰਭਾਵਿਤ ਸਨ। ਇਸ ਤਰ੍ਹਾਂ ਸੱਚ ਤਾਂ ਇਹ ਹੈ ਕਿ ਫਰਾਂਸੀਸੀ ਕ੍ਰਾਂਤੀ ਨੇ ਤਤਕਾਲੀਨ ਯੁੱਗ ਦੇ ਪ੍ਰਚਲਿਤ ਨਿਯਮਾਂ ਨੂੰ ਬਦਲ ਦਿੱਤਾ, ਸਮਾਜਿਕ ਮਾਨਿਅਤਾਵਾਂ ਪਰਿਵਰਤਿਤ ਕਰ ਦਿੱਤੀਆਂ ਅਤੇ ਆਰਥਿਕ ਢਾਂਚੇ ਨੂੰ ਹਿਲਾ ਦਿੱਤਾ।
ਇਸ ਦੇ ਨਾਲ ਹੀ ਰਾਜਨੀਤਿਕ ਦਲ ਨਵੇਂ ਆਦਰਸ਼ਾਂ ਤੋਂ ਪ੍ਰੇਰਿਤ ਹੋਏ ਅਤੇ ਸਮਾਜ ਵਿੱਚ ਸੁਧਾਰਵਾਦੀ ਅੰਦੋਲਨ ਜੋਰ ਪਕੜਨ ਲੱਗ ਪਏ। ਸਾਹਿਤਕਾਰਾਂ ਨੇ ਕ੍ਰਾਂਤੀ ਦੇ 3 ਸਿਧਾਂਤਾਂ ਸਮਾਨਤਾ, ਸੁਤੰਤਰਤਾ ਅਤੇ ਭਾਈਚਾਰੇ ਤੋਂ ਪ੍ਰੇਰਣਾ ਪ੍ਰਾਪਤ ਕੀਤੀ। ਦੂਜੇ ਅਰਥਾਂ ਵਿੱਚ ਇਸ ਕ੍ਰਾਂਤੀ ਨੇ ਪੂਰੀ ਦੁਨੀਆ ਨੂੰ ਇੱਕ ਨਵੀਂ ਦਿਸ਼ਾ ਦਿੱਤੀ। ਫਰਾਂਸੀਸੀ ਕ੍ਰਾਂਤੀ ਦੇ ਸੰਬੰਧ ਵਿੱਚ ਪ੍ਰੋਫੈਸਰ ਬੀ ਸੇਮੇਨ ਲਿਖਦੇ ਹਨ ਕਿ ਫਰਾਂਸ ਦੀ ਕ੍ਰਾਂਤੀ ਨੇ ਲੋਕਾਂ ਵਿੱਚ ਇਹ ਵਿਸ਼ਵਾਸ ਮਜ਼ਬੂਤ ਕਰ ਦਿੱਤਾ ਕਿ ਸਮਾਜਿਕ ਅਤੇ ਰਾਜਨੀਤਿਕ ਸਮੱਸਿਆਵਾਂ ਤੋਂ ਪਿੱਛਾ ਛੁਡਾਉਣ ਦਾ ਇੱਕਮਾਤਰ ਸਾਧਨ ਕ੍ਰਾਂਤੀ ਹੈ। ਕ੍ਰਾਂਤੀ ਦੁਆਰਾ ਆਦਮੀ ਇਸ ਧਰਤੀ 'ਤੇ ਸਵਰਗ ਵੀ ਲਿਆ ਸਕਦਾ ਹੈ। ਸਟੂਡੈਂਟਸ, ਇਹ ਸਨ ਫਰਾਂਸੀਸੀ ਕ੍ਰਾਂਤੀ ਦੇ ਯੂਰਪ ਦੇ ਹੋਰ ਦੇਸ਼ਾਂ 'ਤੇ ਪੈਣ ਵਾਲੇ ਪ੍ਰਭਾਵ। ਇਸ ਦੇ ਨਾਲ ਹੀ ਸਾਡਾ ਇਹ ਕੁਐਸਚਨ ਪੂਰਾ ਹੋ ਗਿਆ ਹੈ। ਸਾਡੇ ਸਿਲੇਬਸ ਦੇ ਵਿੱਚ ਫਰਾਂਸੀਸੀ ਕ੍ਰਾਂਤੀ ਦੇ ਕਾਰਨ ਅਤੇ ਪਰਿਣਾਮ ਦੋਵੇਂ ਹਨ। ਮੈਂ ਇਹਨਾਂ ਨੂੰ ਤੁਹਾਨੂੰ ਅਲੱਗ-ਅਲੱਗ ਪ੍ਰਸ਼ਨ ਦੇ ਰੂਪ ਵਿੱਚ ਕਰਵਾਇਆ ਹੈ, ਕਿਉਂਕਿ ਕਈ ਵਾਰ ਪ੍ਰੀਖਿਆ ਵਿੱਚ ਪ੍ਰਸ਼ਨ ਇੱਕ ਹਿੱਸਾ ਹੀ ਪੁੱਛਿਆ ਜਾਂਦਾ ਹੈ, ਜਿਵੇਂ ਫਰਾਂਸੀਸੀ ਕ੍ਰਾਂਤੀ ਦੇ ਕਾਰਨ ਲਿਖੋ ਜਾਂ ਫਰਾਂਸੀਸੀ ਕ੍ਰਾਂਤੀ ਦੇ ਪਰਿਣਾਮ ਲਿਖੋ। ਇਸ ਲਈ ਅਲੱਗ-ਅਲੱਗ ਪ੍ਰਸ਼ਨ ਅਸੀਂ ਕੀਤਾ ਹੈ। ਜੇਕਰ ਪ੍ਰੀਖਿਆ ਵਿੱਚ ਪ੍ਰਸ਼ਨ ਇਕੱਠਾ ਪੁੱਛ ਲਿਆ ਜਾਵੇ, ਜਿਵੇਂ ਕਿ ਫਰਾਂਸੀਸੀ ਕ੍ਰਾਂਤੀ ਦੇ ਕਾਰਨ ਅਤੇ ਪਰਿਣਾਮ ਲਿਖੋ, ਤਾਂ ਅਜਿਹੀ ਸਥਿਤੀ ਵਿੱਚ ਤੁਸੀਂ ਇਸ ਕੁਐਸਚਨ ਨੂੰ ਥੋੜ੍ਹਾ ਛੋਟਾ ਕਰਦੇ ਹੋਏ 6 ਤੋਂ 8 ਪੇਜਾਂ ਦੇ ਵਿੱਚ ਬਣਾ ਕੇ ਲਿਖ ਸਕਦੀਆਂ ਹੋ। ਅੱਜ ਦੀ ਕਲਾਸ ਵਿੱਚ ਇੰਨਾ ਹੀ। ਇਹ ਕੁਐਸਚਨ ਅੱਜ ਪੂਰਾ ਹੋ ਗਿਆ ਹੈ। ਨਵੀਂ ਕਲਾਸ ਦੇ ਵਿੱਚ ਅਸੀਂ ਨਵੇਂ ਪ੍ਰਸ਼ਨ ਦੇ ਨਾਲ ਦੁਬਾਰਾ ਫਿਰ ਮਿਲਾਂਗੇ। ਉਦੋਂ ਤੱਕ ਦੇ ਲਈ ਨੋਟਸ ਬਣਾਉਂਦੇ ਰਹੋ, ਗੱਲ ਨੂੰ ਸਮਝਦੇ ਰਹੋ ਅਤੇ ਬਹੁਤ ਬਹੁਤ ਧੰਨਵਾਦ।